Students, good afternoon. I am Hanish Bansal. I am your business study lecturer. ਤਾਂ ਸਟੂਡੈਂਟ ਅੱਜ ਆਪਾਂ ਕਰਾਂਗੇ dimensions of business environment and the dimension of business environment means all the factor forces institution which have direct or indirectly influence over the business transaction ਕਹਿੰਦੇ ਬਿਜ਼ਨਸ ਇਨਵਾਇਰਮੈਂਟ ਦੇ ਵਿੱਚ ਜਿਹੜਾ ਬਿਜ਼ਨਸ ਨੂੰ ਹੈ ਡਾਇਰੈਕਟਲੀ ਇਨਡਾਇਰੈਕਟਲੀ ਵੇ ਨਾਲ ਕੀ ਕਰਦਾ ਇਫੈਕਟ ਕਰਦਾ ਠੀਕ ਹੈ ਅਤੇ ਇਹਦੇ ਵਿੱਚ ਬਹੁਤ ਸਾਰੇ ਫੈਕਟਰ ਫੋਰਸਿਸ ਇੰਸਟੀਟਿਊਸ਼ਨ ਹੁੰਦੇ ਜੋ ਡਾਇਰੈਕਟਲੀ ਇਫੈਕਟਡ ਹੁੰਦੇ ਨੇ ਜਾਂ ਇਨਡਾਇਰੈਕਟਲੀ ਜਨਰਲ ਇਨਵਾਇਰਮੈਂਟ ਇਜ਼ ਮੋਸਟ ਇੰਪੋਰਟੈਂਟ ਡਿਮੈਂਸ਼ਨ ਆਫ ਦ ਬਿਜ਼ਨਸ ਇਨਵਾਇਰਮੈਂਟ ਐਜ਼ ਬਿਜ਼ਨਸ ਮੈਨ ਕੈਨ ਨੋਟ ਇਨਫਲੂਐਂਸ ਔਰ ਚੇਂਜ ਦਾ components of general environment rather he has to measure change his plan and policy according to the changes taking place and general environment ਕਹਿੰਦੇ ਜਰਨਲ ਇਨਵਾਇਰਮੈਂਟ ਆਪਾਂ ਨੇ ਪਹਿਲਾਂ ਪੜ੍ਹਾਇਆ ਸੀਗਾ ਉਹ ਜਰਨਲ ਇਨਵਾਇਰਮੈਂਟ ਕਹਿੰਦੇ ਇਹਦੇ ਵਿੱਚ ਮੋਸਟ ਇੰਪੋਰਟੈਂਟ ਡਿਮੈਂਸ਼ਨ ਰੱਖਦਾ ਜੋ ਆਪਣੇ ਬਿਜ਼ਨਸ ਨੂੰ ਇਨਵਾਇਰਮੈਂਟ ਨੂੰ ਚੇਂਜ ਕਰਦਾ ਜਿਸ ਵਜ੍ਹਾ ਨਾਲ ਆਪਣੇ ਬਿਜ਼ਨਸ ਦੇ ਵਿੱਚ ਡਾਇਰੈਕਟਲੀ ਇਨਡਾਇਰੈਕਟਲੀ ਤੌਰ 'ਤੇ ਇਫੈਕਟਡ ਪੈਂਦਾ ਕਹਿੰਦੇ ਮੇਜਰ ਕੰਪੋਨੈਂਟਸ ਕਿਹੜੇ ਨੇਗੇ ਜਰਨਲ ਇਨਵਾਇਰਮੈਂਟ ਦੇ ਕਹਿੰਦੇ ਇੱਕ ਪਹਿਲਾ ਕੰਪੋਨੈਂਟਸ ਹੈਗਾ ਇਕਨੋਮੀਕਲ ਇਨਵਾਇਰਮੈਂਟ ਇਕਨੋਮੀਕਲ ਇਨਵਾਇਰਮੈਂਟ ਦੇ ਵਿੱਚ ਕੀ ਆ ਜਾਂਦਾ ਸਟੂਡੈਂਟਸ ਕਹਿੰਦੇ ਇਕਨੋਮਿਕ ਇਨਵਾਇਰਮੈਂਟ ਰੈਫਰ ਆਲ ਦਾ ਫੋਰਸਿਸ ਐਂਡ ਫੈਕਟਰ ਕਹਿੰਦੇ ਜਿੰਨੇ ਵੀ ਫੋਰਸਿਸ ਫੈਕਟਰ ਹੁੰਦੇ ਨੇ ਡਾਇਰੈਕਟਲੀ ਇਨਫਲੂਐਂਸ the economy of your country. Economic environment consists of gross domestic product income level at national level and per capita level, profit earning rate, productivity and employment rate, industrial, monetary and fiscal policy of the government. ਕਹਿੰਦੇ ਇਕਨੋਮੀਕਲ ਇਨਵਾਇਰਮੈਂਟ ਹੁੰਦਾ ਕੀ ਹੈ ਕਹਿੰਦੇ ਇਹ ਇਕਨੋਮੀਕਲ ਇਨਵਾਇਰਮੈਂਟ ਦਾ ਮਤਲਬ ਹੁੰਦਾ ਜਿਹੜੇ ਫੋਰਸਿਸ ਫੈਕਟਰ ਨੇ ਡਾਇਰੈਕਟਲੀ ਕੀ ਹੈ ਇਕੋਨਮੀ ਦੇ ਜਿਹੜੀ ਕੰਟਰੀ ਦੀ ਇਕੋਨਮੀ ਹੁੰਦੀ ਆ ਉਹਨੂੰ ਕੀ ਉਹ ਆਪਣੇ ਬਿਜ਼ਨਸ ਨੂੰ ਡਾਇਰੈਕਟਲੀ ਇਨਡਾਇਰੈਕਟਲੀ ਤੌਰ 'ਤੇ ਕੀ ਕਰਦੀ ਹੈ ਇਫੈਕਟ ਕਰਦੀ ਆ ਜਿਵੇਂ ਇਕਨੋਮਿਕ ਇਨਵਾਇਰਮੈਂਟ ਕਿਸ ਚੀਜ਼ ਨਾਲ ਕੰਸਿਸਟ ਕਰਦਾ ਹੈ ਗਰੋਸ ਡੋਮੈਸਟਿਕ ਪ੍ਰੋਡਕਟ ਨਾਲ ਠੀਕ ਹੈ ਅਤੇ ਇਨਕਮ ਲੈਵਲ ਨੈਸ਼ਨਲ ਲੈਵਲ ਠੀਕ ਹੈ ਜਿਹੜੀ ਘਰੇਲੂ ਡੋਮੈਸਟਿਕ ਪ੍ਰੋਡਕਟ ਹੁੰਦੇ ਨੇ ਜਾਂ ਇਨਕਮ ਲੈਵਲ ਹੁੰਦਾ ਪਰ ਕੈਪਟਾ ਇਨਕਮ ਹੁੰਦਾ ਪ੍ਰੋਫਿਟ ਅਰਨਿੰਗ ਹੁੰਦੀ ਆ ਪ੍ਰੋਡਕਟੀਵਿਟੀ ਇੰਪਲੋਇਮੈਂਟ ਰੇਟ ਇੰਪਲੋਇਮੈਂਟ ਦਾ ਜਿਹੜਾ ਰੇਟ ਹੁੰਦਾ ਇੰਡਸਟਰੀ ਮੋਨੇਟਰੀ ਫਿਸਕਲ ਪੋਲਿਸੀ ਇਹ ਸਾਰੀ ਚੀਜ਼ਾਂ ਇਕਨੋਮਿਕ ਇਨਵਾਇਰਮੈਂਟ ਦੇ ਵਿੱਚ ਆਉਂਦੀਆਂ ਦੇਖੋ ਜਿਹੜੇ ਗਵਰਨਮੈਂਟ ਹੁੰਦੀ ਹੈ ਗਵਰਨਮੈਂਟ ਦੇ ਵਿੱਚ ਜਿਹੜੀ GDP ਹੋਏਗੀ GDP ਵੀ ਆਪਣੇ ਬਿਜ਼ਨਸ ਨੂੰ ਡਾਇਰੈਕਟਲੀ ਇਫੈਕਟ ਕਰੇਗੀ ਠੀਕ ਹੈ ਜਿਹੜੇ ਇੰਪਲੋਇਮੈਂਟ ਦੇ ਰੇਟ ਹੋਣਗੇ ਉਹ ਵੀ ਡਾਇਰੈਕਟਲੀ ਇਫੈਕਟ ਕਰਨੇ ਪ੍ਰੋਡਕਟੀਵਿਟੀ ਵੀ ਸਾਰੀ ਇਕਨੋਮਿਕ ਇਨਵਾਇਰਮੈਂਟ ਦੇ ਵਿੱਚ ਆ ਜਾਂਦੀ ਹੈ ਹੋਰ ਇਹਦੇ ਵਿੱਚ ਸਮ ਆਸਪੈਕਟਸ ਕਿਹੜੇ ਆ ਜਾਂਦੇ ਨੇਗੇ ਕਹਿੰਦੇ GDP ਦੇ ਇਨਕਰੀਜ਼ ਹੋਣ ਨਾਲ increase in GDP result in rise in disposal income of people and further increase in demand for product ਕਹਿੰਦੇ GDP ਦੇ ਵਧਣ ਨਾਲ ਕੀ ਹੋਏਗਾ ਲੋਕਾਂ ਦੀ ਇਨਕਮ ਵਧੇਗੀ ਇਸ ਨਾਲ ਪ੍ਰੋਡਕਟ ਦੀ ਡਿਮਾਂਡ ਵਧੇਗੀ ਠੀਕ ਹੈ ਇਹਦੇ ਨਾਲ ਆਪਣਾ ਇਨਵਾਇਰਮੈਂਟ ਕੀ ਬਿਜ਼ਨਸ ਆਪਣਾ ਡਾਇਰੈਕਟਲੀ ਇਫੈਕਟ ਪੈ ਰਿਹਾ ਠੀਕ ਹੈ ਹਾਈ ਇਨਫਲੇਸ਼ਨ ਰੇਟ ਜੇਕਰ ਇਨਫਲੇਸ਼ਨ ਰੇਟ ਹਾਈ ਹੋਏਗਾ ਸੈਟ ਐਜ਼ ਕੰਸਟੇਂਟ ਐਜ਼ ਦੇ ਇਨਕਰੀਜ਼ ਦਾ ਕੋਸਟ ਆਫ ਪ੍ਰੋਡਕਸ਼ਨ ਜਿਹੜੀ ਪ੍ਰੋਡਕਸ਼ਨ ਦੀ ਕੋਸਟ ਵੀ ਕੀ ਹੋਏਗੀ ਵਧੇਗੀ ਜੇਕਰ ਇੰਟਰਸਟ ਰੇਟ ਕੀ ਹੋਏਗਾ ਡਿਕਰੀਜ਼ ਹੋਏਗਾ ਤਾਂ ਲੋਕਾਂ ਦੀ ਡਿਮਾਂਡ ਵੀ ਕੀ ਹੋਏਗੀ ਇਨਕਰੀਜ਼ ਹੋਏਗੀ ਉਹ ਲੋਕ ਸੋਚਣਗੇ ਮੈਂ ਹੋਮ ਲੋਨ ਲੈਣਾ ਜਾਂ ਆਪਣਾ ਪੈਸਾ ਇਕੱਠਾ ਕਰਕੇ ਕਿਸੇ ਹੋਰ ਜਗ੍ਹਾ 'ਤੇ ਲਗਾ ਦਾਂ ਬੋਰਿੰਗ ਕਰਨ ਵਿਆਜ ਘਟਣ ਨਾਲ ਵੀ ਲੋਕਾਂ ਦੀ ਡਿਮਾਂਡ ਵੱਧਦੀ ਹੈ ਮਤਲਬ ਪੈਸੇ ਲੋਨ 'ਤੇ ਲੈਂਦੇ ਨੇ ਤਾਂ ਜੋ ਲੋਕ ਵੱਧ ਤੋਂ ਵੱਧ ਇਨਵੈਸਟ ਕਰ ਸਕਣ ਪਾਸਿੰਗ ਆਫ GST ਬਿੱਲ ਇਫੈਕਟ ਆਲਮੋਸਟ ਆਲ ਦਾ ਬਿਜ਼ਨਸ ਔਰਗੇਨਾਈਜੇਸ਼ਨ GST ਦੇ ਆਉਣ ਨਾਲ ਵੀ ਬਿਜ਼ਨਸ ਔਰਗੇਨਾਈਜੇਸ਼ਨ 'ਤੇ ਡਾਇਰੈਕਟਲੀ ਇਫੈਕਟ ਪਿਆ ਦੇਖੋ 500 ਅਤੇ 1000 ਦੇ ਨੋਟ ਬੰਦ ਕਰਨ ਨਾਲ ਵੀ ਇੰਡੀਅਨ ਇਕਨੋਮਿਕ ਇਨਵਾਇਰਮੈਂਟ ਦੀ ਬੈਸਟ ਐਗਜ਼ਾਮਪਲ ਆ ਜਾਂਦੀ ਹੈ ਡੈਮੋਨਸਟ੍ਰੇਸ਼ਨ ਅਤੇ banking sector reform has led to many attractive schemes deposit lending money the bank are offering loan at very nominal rate of interest and with the minimum formality to be completed क्या बैंकिंग सैक्टर भी की करते हैं कुछ स्कीम चलाते हैं लोग ज़्यादा ज़्यादा पैसा जमा करान ਜਾਂ ਲੋਨ ਲੈਣ ਤਾਂ ਉਸ ਹਿਸਾਬ ਨਾਲ ਵੀ ਬੈਂਕ ਬਹੁਤ ਸਾਰੇ ਆਫਰਸ ਦਿੰਦੇ ਨੇ ਜੋ ਆਪਾਂ ਨੂੰ ਇਕਨੋਮਿਕ ਇਨਵਾਇਰਮੈਂਟ ਦੇ ਅਕੋਰਡਿੰਗ ਆਪਾਂ ਨੂੰ ਡਾਇਰੈਕਟਲੀ ਇਫੈਕਟ ਪੈਂਦੇ ਨੇਗੇ ਦੇਖੋ ਅੱਗੇ ਕਹਿੰਦੇ ਫੋਰਨ ਇਨਵੈਸਟਰਸ ਜਿਹੜੇ ਹੁੰਦੇ ਨੇਗੇ ਹੁਣ ਉਹਨਾਂ ਦੀ ਜਿਹੜੀ ਕੰਟਰੀ ਹੁੰਦੀ ਹੈ NRIs ਦੀ
ਠੀਕ ਹੈ, ਉਹ ਇੰਡੀਅਨ ਕੰਪਨੀਜ਼ 'ਤੇ ਇਨਵੈਸਟ ਕਰਦੇ ਨੇ ਕੁਛ ਨਾ ਕੁਛ ਇਕਨੋਮਿਕ ਚੇਂਜਸ ਦੇ ਕਾਰਨ ਵੀ ਆਪਾਂ ਨੂੰ ਪੈਸਾ ਜ਼ਿਆਦਾ ਆਉਣਾ ਘੱਟ ਆਉਣਾ ਵੀ ਇਸ 'ਤੇ ਹੀ ਡਿਪੈਂਡ ਕਰਦਾ। ਹੋਰ ਵੀ ਬਹੁਤ ਸਾਰੇ ਪੁਆਇੰਟ ਨੇ ਇਹਨਾਂ, ਹੁਣ ਤੁਸੀਂ ਦੇਖੋ 12-13 ਪੁਆਇੰਟ ਨੇ, ਇਹਨਾਂ ਨੂੰ ਤੁਸੀਂ ਰੀਡ ਕਰ ਲੈਣਾ। ਹੁਣ ਤੁਹਾਨੂੰ ਉੱਪਰੋਂ ਪਤਾ ਲੱਗ ਗਿਆ ਹੋਊਗਾ ਕਿ ਇਕਨੋਮਿਕਲ ਇਨਵਾਇਰਮੈਂਟ ਕੀ ਚੀਜ਼ ਹੁੰਦੀ ਆ। ਅੱਗੇ ਦੇਖੋ social environment consists of the customs and tradition of the society and in which business is existing. It includes standard of living, taste, preference and education level of people living in the society where business exists। ਕਹਿੰਦੇ social environment ਕੀ ਹੁੰਦਾ ਹੈ, ਕਹਿੰਦੇ ਜਿਹੜੀ ਜਗ੍ਹਾ 'ਤੇ ਆਪਾਂ ਬਿਜ਼ਨਸ ਚਲਾ ਰੱਖਿਆ ਹੈ ਉਹਦੇ ਵਿੱਚ ਜਿਹੜੇ ਉਹਨਾਂ ਦੇ ਟਰਡੀਸ਼ਨਸ ਨੇਗੇ ਉਹ ਵੀ ਉਹਦੇ ਉੱਤੇ ਡਿਪੈਂਡ ਕਰਦਾ ਹੈ। ਆਪਣੇ ਰਹਿਣ ਸਹਿਣ, ਲੋਕਾਂ ਦਾ ਟੇਸਟ, ਪ੍ਰੈਫਰੈਂਸ, ਐਜੂਕੇਸ਼ਨ ਲੈਵਲ, ਜਿਹੜੀ ਸੁਸਾਇਟੀ 'ਚ ਆਪਾਂ ਰਹਿ ਰਹੇ ਹਾਂ ਜਿੱਥੇ ਬਿਜ਼ਨਸ ਐਗਜ਼ਿਸਟ ਹੈ ਉਸ ਮੁਤਾਬਿਕ ਹੀ ਬਿਜ਼ਨਸ ਕੀ ਕਰਦਾ ਚੱਲਦਾ ਵੀ ਉਸ ਮੁਤਾਬਿਕ ਹੀ ਬਿਜ਼ਨਸ। ਆਪਾਂ ਇਹੋ ਜਿਹਾ ਵੀ ਬਿਜ਼ਨਸ ਨਹੀਂ ਚਲਾ ਸਕਦੇ ਜਿਹਦੇ ਵਿੱਚ ਆਪਣੀ ਸੁਸਾਇਟੀ ਉਸ ਨੂੰ ਪ੍ਰੈਫਰ ਨਾ ਕਰਦੀ ਹੋਵੇ, ਇਸ ਲਈ ਇਹ ਬਹੁਤ ਇੰਪੋਰਟੈਂਟ ਪਾਰਟ ਹੋ ਜਾਂਦਾ ਹੈ। ਅੱਗੇ ਦੇਖਦੇ ਹਾਂ ਦਾ ਬਿਜ਼ਨਸਮੈਨ। ਦੇਖੋ ਦ ਬਿਜ਼ਨਸਮੈਨ ਕੈਨ ਨਾਟ ਓਵਰਲੁੱਕ ਦ ਕੰਪੋਨੈਂਟਸ ਆਫ ਸੋਸ਼ਲ ਇਨਵਾਇਰਮੈਂਟ as these components may not have immediate impact on the business, but in long run the social environment has great impact on the business। ਕਹਿੰਦੇ ਹਮੇਸ਼ਾ ਜਿਹੜਾ ਬਿਜ਼ਨਸ ਚੱਲਦਾ ਉਹ ਹਮੇਸ਼ਾ ਸੋਸ਼ਲ ਇਨਵਾਇਰਮੈਂਟ ਦੇ ਇਸ ਬਿਹਾਫ ਨਾਲ ਹੀ ਚੱਲਦਾ ਹੈ। ਕਹਿੰਦੇ ਜੇਕਰ ਆਪਾਂ ਸੋਸ਼ਲ ਇਨਵਾਇਰਮੈਂਟ ਦੇ ਅਕੋਰਡਿੰਗ ਚੱਲਾਂਗੇ, ਸੋਸ਼ਲ ਦੇ ਸਮਾਜ ਦੇ ਪ੍ਰਤੀ ਸੋਚ ਕੇ ਚੱਲਾਂਗੇ ਤਾਂ ਹੀ ਆਪਣਾ ਬਿਜ਼ਨਸ ਸਕਸੈਸਫੁਲੀ ਗਰੋ ਕਰ ਪਾਏਗਾ। ਹੁਣ ਸੋਸ਼ਲ ਇਨਵਾਇਰਮੈਂਟ 'ਚ ਕਿਹੜੀ ਚੀਜ਼ਾਂ ਆ ਜਾਂਦੀਆਂ ਜਿਵੇਂ ਦੀਵਾਲੀ ਦੀ ਸੈਲੀਬ੍ਰੇਸ਼ਨ, ਈਦ, ਕ੍ਰਿਸਮਸ, ਗੁਰਪੁਰਬ, ਇਨਕਰੀਜ਼ ਇਨ ਸੇਲ ਆਫ ਸਵੀਟਸ ਐਂਡ ਗ੍ਰੀਟਿੰਗ ਕਾਰਡਸ। ਹੁਣ ਤੁਹਾਨੂੰ ਪਤਾ ਹੈ ਦੀਵਾਲੀ ਵਾਲੇ ਟਾਈਮ ਕਿਹੜੀ ਚੀਜ਼ ਪ੍ਰੋਡਕਟ ਵੇਚਣਾ ਚਾਹੀਦਾ ਉਸ ਹਿਸਾਬ ਨਾਲ ਹੀ ਤੁਸੀਂ ਵੇਚੋਗੇ ਕਿ ਹੋਲੀ ਵਾਲੇ ਦਿਨ, ਗੁਰਪੁਰਬ ਦੇ ਦਿਨ ਸਵੀਟਸ ਵੇਚਣੀਆਂ ਨੇ, ਗ੍ਰੀਟਿੰਗ ਕਾਰਡਸ ਕਿਸ ਤਿਉਹਾਰ 'ਚ ਕਿਹੜਾ ਗ੍ਰੀਟਿੰਗ ਕਾਰਡ ਜ਼ਿਆਦਾ ਚੱਲਦਾ ਹੈ। ਤਾਂ ਇਹ ਸਾਰੀਆਂ ਚੀਜ਼ਾਂ ਡਿਪੈਂਡ ਕਰਦੀਆਂ ਨੇ ਸੋਸ਼ਲ ਇਨਵਾਇਰਮੈਂਟ ਦੇ ਵਿੱਚ। ਅਤੇ ਹੋਰ ਕਿਹੜੀ ਸੋਸ਼ਲ ਇਨਵਾਇਰਮੈਂਟ ਇਹਦੇ ਅੰਦਰ ਆ ਜਾਂਦੀਆਂ ਨੇ, ਕਹਿੰਦੇ ਡਿਮਾਂਡਸ ਫੋਰ ਰਿਜ਼ਰਵੇਸ਼ਨ ਇਨ ਜੋਬ ਫੋਰ ਮਾਈਨੋਰਿਟੀ ਐਂਡ ਵੂਮੈਨ। ਕਹਿੰਦੇ ਸੋਸ਼ਲ ਇਨਵਾਇਰਮੈਂਟ ਦੇ ਵਿੱਚ ਇਹ ਵੀ ਆ ਜਾਂਦੀ ਹੈ ਕਿ ਰਿਜ਼ਰਵੇਸ਼ਨ ਜੋਬਸ ਹੁੰਦੀਆਂ ਨੇ ਜੋ ਮਾਈਨੋਰਿਟੀ ਅਤੇ ਵੂਮੈਨ ਦੀਆਂ ਅਲੱਗ ਤੋਂ ਸੀਟਾਂ ਰੱਖੀਆਂ ਜਾਂਦੀਆਂ ਨੇ। ਠੀਕ ਹੈ, ਇਕੁਅਲ ਸਟੇਟਸ ਹੋਣਾ ਚਾਹੀਦਾ ਹੈ ਵੂਮੈਨ ਦਾ ਵਿੱਚ ਫੀਮੇਲ ਅਤੇ ਮੇਲ ਦੇ ਵਿੱਚ। ਠੀਕ ਹੈ, ਡਿਮਾਂਡ ਫੋਰ ਆਟੋਮੈਟਿਕ ਮਸ਼ੀਨ ਐਂਡ ਲਗਜ਼ਰੀ ਆਈਟਮ ਇਨ ਮਿਡਲ ਕਲਾਸ ਫੈਮਿਲੀ। ਡਿਮਾਂਡ ਹੋਣੀ ਚਾਹੀਦੀ ਹੈ ਕਿ ਜਿਹੜੀ ਲਗਜ਼ਰੀ ਆਈਟਮ ਹੁੰਦੀ ਹੈ ਮਿਡਲ ਕਲਾਸ ਫੈਮਿਲੀ ਵੀ ਉਸ ਚੀਜ਼ ਨੂੰ ਲੈ ਸਕੇ, ਇਸ ਹਿਸਾਬ ਨਾਲ ਸਕੀਮਸ ਹੋਣੀਆਂ ਚਾਹੀਦੀਆਂ ਨੇ। ਕਿ ਸੋਸ਼ਲ ਮੂਵਮੈਂਟ ਟੂ ਇੰਪਰੂਵ ਦਾ ਐਜੂਕੇਸ਼ਨ ਲੈਵਲ ਆਫ ਗਰਲਸ ਚਾਈਲਡ ਵਾਸਤੇ ਉਹਨਾਂ ਨੂੰ ਐਜੂਕੇਸ਼ਨ ਪ੍ਰੋਵਾਈਡ ਕਰਨੀ ਚਾਹੀਦੀ ਹੈ। ਠੀਕ ਹੈ, ਹੈਲਥ ਅਤੇ ਫਿਟਨੈਸ ਦੇ ਉੱਤੇ ਵੀ ਧਿਆਨ ਦੇਣਾ ਚਾਹੀਦਾ ਹੈ। ਇਹ ਸਾਰਾ ਸੋਸ਼ਲ ਦੇ ਵਿੱਚ ਆ ਜਾਂਦਾ। ਸਮ ਆਸਪੈਕਟਸ ਕੀ ਨੇਗੇ ਸੋਸ਼ਲ ਇਨਵਾਇਰਮੈਂਟ ਦੇ ਵਿੱਚ, ਕਹਿੰਦੇ ਜਿਹੜੀ ਕੁਆਲਿਟੀ ਹੈ ਉਹ ਵਧੀਆ ਹੋਣੀ ਚਾਹੀਦੀ ਹੈ। ਠੀਕ ਹੈ, ਇੰਪੋਰਟੈਂਸ ਔਰ ਪਲੇਸ ਆਫ ਵੂਮੈਨ ਇਨ ਵਰਕ ਪਲੇਸ ਵਧੀਆ ਹੋਣਾ ਚਾਹੀਦਾ ਹੈ। ਬਰਥ ਐਂਡ ਡੈਥ ਰੇਟ ਪੋਪੂਲੇਸ਼ਨ ਇਸ ਹਿਸਾਬ ਨਾਲ ਹੋਣੀ ਚਾਹੀਦੀ ਹੈ ਤਾਂ ਜੋ ਮੇਨਟੇਨ ਹੋਵੇ। ਠੀਕ ਹੈ, ਇਨੋਵੇਸ਼ਨ ਲਾਈਫ ਸਟਾਈਲ ਕਸਟਮਰ ਦੇ ਐਟੀਟਿਊਡ ਦੇ ਮਤਲਬ ਉਸ ਮੁਤਾਬਿਕ ਹੋਣਾ ਚਾਹੀਦਾ। ਲਿਟਰੇਸੀ ਰੇਟ ਐਜੂਕੇਸ਼ਨ ਇਹਦੇ ਵਿੱਚ ਆ ਜਾਂਦਾ। ਟਰਡੀਸ਼ਨ ਕਸਟਮਰ ਹੈਬਿਟਸ ਇਹਦੇ ਅੰਦਰ ਆ ਜਾਂਦਾ। ਸਾਰੇ ਜਿੰਨੀ ਵੀ ਚੀਜ਼ਾਂ ਨੇਗੀਆਂ ਮੈਂ ਪੜ੍ਹੀਆਂ ਨੇ ਸਾਰੇ ਸੋਸ਼ਲ ਇਨਵਾਇਰਮੈਂਟ ਨਾਲ ਡੀਲ ਕਰਦੇ ਆ। ਤਾਂ ਸਟੂਡੈਂਟਸ ਕਲੀਅਰ ਹੋ ਗਿਆ ਸਾਰਿਆਂ ਨੂੰ। ਦੇਖੋ ਪੋਲੀਟੀਕਲ ਇਨਵਾਇਰਮੈਂਟ constitutes all the factors related to government affairs such as type of government, in power, attitude of government towards। ਕਹਿੰਦੇ ਪੋਲੀਟੀਕਲ ਇਨਵਾਇਰਮੈਂਟ ਕੀ ਹੁੰਦਾ ਹੈ? ਪੋਲੀਟੀਕਲ ਇਨਵਾਇਰਮੈਂਟ ਗਵਰਨਮੈਂਟ ਨਾਲ ਰਿਲੇਟ ਕਰਦਾ, ਜਿਸ ਚੀਜ਼ ਦੀ ਗੌਰਮੈਂਟ ਹੈ ਉਸ ਨਾਲ ਟਾਈਪ ਆਫ ਗੌਰਮੈਂਟ ਦੀ ਪਾਵਰ, ਐਟੀਟਿਊਡ ਗੌਰਮੈਂਟ ਸਾਰੀ ਚੀਜ਼ਾਂ ਇਹਦੇ ਅੰਦਰ ਆਉਂਦੀਆਂ ਪੋਲੀਟੀਕਲ। ਜਿਵੇਂ ਆਪਣੇ ਇੰਡੀਆ ਦੀ ਪੋਲੀਟੀਕਲ ਕੀ ਹੈ, ਜਿਵੇਂ ਕਾਂਗਰਸ ਆਪਣੇ ਪੰਜਾਬ ਦੀ ਹੈ ਅਤੇ ਇੰਡੀਆ ਦੀ ਕੀ ਹੈ BJP, ਇਹ ਸਾਰੀ ਇਹਦੇ ਅੰਦਰ ਆ ਜਾਂਦੀਆਂ ਨੇ। ਕਹਿੰਦੇ ਪੋਲੀਟੀਕਲ ਇਨਵਾਇਰਮੈਂਟ ਵੀ ਆਪਾਂ ਨੂੰ ਡਾਇਰੈਕਟਲੀ ਔਰ ਇਨਡਾਇਰੈਕਟਲੀ ਕੀ ਕਰਦੇ ਨੇ ਸਟੂਡੈਂਟਸ, ਇਫੈਕਟ ਕਰਦੇ ਨੇਗੇ। ਠੀਕ ਹੈ, ਜਿਵੇਂ ਡਿਫਰੈਂਟ ਗਰੁੱਪ ਆਫ ਸੁਸਾਇਟੀ ਪੋਲਿਸੀ ਚੇਂਜਸ ਇੰਪਲੀਮੈਂਟਡ ਬਾਏ different government। ठीक है, the political environment has immediate and great impact on business transaction, so businessman must scan this environment very carefully।
The businessman has to make changes in his organization according to the changing factor of a political environment. ਕਹਿੰਦੇ ਪੋਲੀਟੀਕਲ ਇਨਵਾਇਰਮੈਂਟ ਵੀ ਆਪਾਂ ਨੇ ਕੀ ਕਰਦੇ ਨੇ ਕਿ ਆਪਾਂ ਨੂੰ ਬਿਜ਼ਨਸ ਦੇ ਵਿੱਚ ਕੁਛ ਨਾ ਕੁਛ ਆਪਣੇ ਇਹਨਾਂ ਦੇ ਡਿਸੀਜ਼ਨ ਨਾਲ, ਇਹਨਾਂ ਦੇ ਕੰਮ ਕਰਨ ਨਾਲ ਆਪਣੇ ਬਿਜ਼ਨਸ 'ਤੇ ਵੀ ਡਾਇਰੈਕਟਲੀ ਇਨਡਾਇਰੈਕਟਲੀ ਕੀ ਪੈਂਦਾ, ਇਫੈਕਟ ਪੈਂਦਾ। ਜਿਵੇਂ ਫੋਰ ਐਗਜ਼ਾਮਪਲ ਮੈਂ ਐਗਜ਼ਾਮਪਲ ਦੇ ਕੇ ਸਮਝਾਉਂਦਾ, ਜਿਵੇਂ ਪੋਲੀਟਿਕਸ ਦੇ ਵਿੱਚ ਕੀ ਹੁੰਦਾ, ਕੁਛ ਵੀ ਇੱਕ ਐਵੇਂ 1975 ਅਤੇ 80 ਦੇ ਦੌਰਾਨ ਕੋਈ ਕਿਸੇ ਪਾਰਟੀ ਨੇ ਫੈਸਲਾ ਲਿੱਤਾ ਸੀਗਾ ਕਿ ਕੋਕੋ ਕੋਲਾ ਏਜੰਸੀ ਬੰਦ ਕਰ ਦਿੱਤੀ ਜਾਵੇ। ਮਤਲਬ ਉਹਨਾਂ ਨੇ ਕੋਕੋ ਕੋਲਾ 'ਤੇ ਨਹੀਂ ਕਿਹਾ ਸੀ, ਉਹਨਾਂ ਨੇ ਕੋਈ ਨਾ ਕੋਈ ਕਿਹਾ ਸੀ ਫੋਰਨ ਕੋਈ ਵੀ ਬਿਜ਼ਨਸ ਨੇਗੇ ਉਹ ਬੰਦ ਕਰ ਦਿੱਤੇ ਜਾਣ, ਫੋਰਨ ਦੀ ਕੰਪਨੀਆਂ ਆਪਣੇ ਦੇਸ਼ 'ਚ ਵਪਾਰ ਨਹੀਂ ਕਰ ਸਕਦੀਆਂ। ਤਾਂ ਇਸ ਨਾਲ ਜਿਵੇਂ ਕੋਕੋ ਕੋਲਾ ਜਾਂ ਕੋਈ ਵੀ ਬਿਜ਼ਨਸ ਸੀ, ਉਹਨਾਂ ਨੂੰ ਡਾਇਰੈਕਟਲੀ ਇਨਫੈਕਟ ਪਿਆ ਸੀ ਜਿਹੜੇ ਪੋਲੀਟੀਕਲ ਜੇ ਡਿਸੀਜ਼ਨ ਲੈਣ ਨਾਲ। ਜਿਵੇਂ ਅੱਜ ਵੀ ਤੁਸੀਂ ਦੇਖ ਰਹੇ ਹੋ ਆਪਾਂ ਚਾਈਨਾਜ਼ ਦੀ ਜੋ ਵੀ ਐਪ ਹੈ ਉਹ ਉਹਨਾਂ ਨੂੰ ਬੈਨ ਕਰ ਰਹੇ ਹਾਂ, ਆਪਾਂ ਚਾਈਨਾ ਦੇ ਕੋਈ ਵੀ ਪ੍ਰੋਡਕਟ ਯੂਜ਼ ਨਹੀਂ ਕਰ ਸਕਦੇ। ਇਹ ਸਾਰਾ ਪੋਲੀਟੀਕਲ ਇਨਵਾਇਰਮੈਂਟ 'ਤੇ ਆ ਜਾਂਦਾ। ਜੇਕਰ ਆਪਾਂ ਕੋਈ ਚਾਈਨਾ ਦੇ ਪ੍ਰੋਡਕਟ ਖਰੀਦਦੇ ਹਾਂ, ਮਤਲਬ ਆਪਾਂ ਚਾਈਨਾ ਦਾ ਕੋਈ ਵਪਾਰ ਕਰਦੇ ਹਾਂ, ਤਾਂ ਆਪਣੇ ਬਿਜ਼ਨਸ 'ਤੇ ਡਾਇਰੈਕਟਲੀ ਇਫੈਕਟ ਪੈ ਰਿਹਾ ਪੋਲੀਟੀਕਲ ਇਨਵਾਇਰਮੈਂਟ ਦੇ ਡਿਸੀਜ਼ਨ ਲੈਣ 'ਤੇ। ਤਾਂ ਇਹ ਸਾਰੀਆਂ ਚੀਜ਼ਾਂ ਇਹਦੇ ਅੰਦਰ ਆ ਜਾਂਦੀਆਂ ਨੇ, ਠੀਕ ਹੈ। ਦ ਕਾਮਨ ਫੈਕਟਰ ਐਂਡ ਫੋਰਸਿਸ ਵਿਚ have influenced the Indian political environment। ਜੇ ਸਵੱਛ ਭਾਰਤ ਅਭਿਆਨ ਸਟਾਰਟਡ, ਅਤੇ ਹੁਣ ਪੋਲੀਟੀਕਲ ਇਨਵਾਇਰਮੈਂਟ ਦੇ ਵਿੱਚ ਜਿਵੇਂ ਸਵੱਛ ਭਾਰਤ ਅਭਿਆਨ BJP ਨੇ ਸਟਾਰਟ ਕੀਤਾ, ਸਕਿੱਲ ਇੰਡੀਆ ਮੂਵਮੈਂਟ ਇਹ ਵੀ BJP ਨੇ ਸਟਾਰਟ ਕੀਤਾ। ਪੋਲੀਟੀਕਲ ਸਟੇਬਿਲਿਟੀ ਇਨਕਰੇਜ ਬਿਜ਼ਨਸ ਐਂਟਰਪ੍ਰਾਈਜ਼ ਇਨਟੂ ਇਨਵੈਸਟ ਲੌਂਗ ਟਰਮ ਪ੍ਰੋਜੈਕਟ, ਇਹ ਸਾਰੀ ਗੌਰਮੈਂਟ ਇੰਟਰਵੈਂਸ਼ਨ ਫੋਰਨ ਦੀਆਂ ਪੋਲਿਸੀਆਂ, ਵੈਲਿਊਜ਼, ਆਈਡੀਓਲੋਜੀ, ਇਹ ਸਾਰੀਆਂ ਚੀਜ਼ਾਂ ਕਿਹਦੇ ਵਿੱਚ ਆ ਜਾਂਦੀਆਂ ਨੇਗੀਆਂ, ਇਹ ਸਾਰੀਆਂ ਚੀਜ਼ਾਂ ਕਿਹਦੇ ਵਿੱਚ ਆ ਜਾਂਦੀਆਂ, ਪੋਲੀਟੀਕਲ ਇਨਵਾਇਰਮੈਂਟ ਦੇ ਵਿੱਚ ਆ ਜਾਂਦੀਆਂ ਨੇ। ਤਾਂ ਸਟੂਡੈਂਟਸ ਕਲੀਅਰ ਹੋ ਗਿਆ। ਅਤੇ ਸਟੂਡੈਂਟਸ ਅੱਗੇ ਦੇਖੋ, ਇਹਦਾ ਤੁਹਾਨੂੰ ਪਤਾ ਲੱਗ ਗਿਆ ਹੋਊਗਾ ਕੋਈ ਪੋਲੀਟੀਕਲ ਇਨਵਾਇਰਮੈਂਟ ਦੀ ਆਹ ਸਾਰੀ ਚੀਜ਼ਾਂ ਆ ਜਾਂਦੀਆਂ ਨੇ। ਅੱਗੇ ਆਉਂਦਾ ਲੀਗਲ ਇਨਵਾਇਰਮੈਂਟ। ਸਟੂਡੈਂਟਸ ਲੀਗਲ ਇਨਵਾਇਰਮੈਂਟ 'ਚ ਕੀ ਆ ਜਾਂਦਾ, ਦ ਮੈਨੇਜਮੈਂਟ ਆਫ ਐਵਰੀ ਬਿਜ਼ਨਸ ਐਂਟਰਪ੍ਰਾਈਜ਼ ਹੈਜ਼ ਟੂ ਓਬੇ ਦ ਲਾ ਆਫ ਲੈਂਡ। Therefore, it is essential for every business enterprise to have adequate knowledge of rule and regulation framed by government। ਕਹਿੰਦੇ ਲੀਗਲ ਇਨਵਾਇਰਮੈਂਟ ਕੀ ਹੁੰਦਾ, ਲੀਗਲ ਇਨਵਾਇਰਮੈਂਟ ਦਾ ਮਤਲਬ ਇਹ ਹੁੰਦਾ ਕਿ ਕੋਈ ਵੀ ਬਿਜ਼ਨਸ ਹੈ ਉਹਦੇ ਵਿੱਚ ਜਿਹੜੀ ਕਾਨੂੰਨ ਦੁਆਰਾ ਦੱਸ ਦਿੱਤਾ ਗਿਆ ਕਿ ਇਹ ਵੀ ਗੁੱਡਸ ਵਿਕਣੀ ਚਾਹੀਦੀ ਹੈ, ਇਹ ਗੁੱਡਸ ਨਹੀਂ ਵਿਕਣੀ ਚਾਹੀਦੀ, ਇਹ ਕਾਨੂੰਨ ਦੀ ਉਲੰਘਣਾ ਨਹੀਂ ਕੋਈ ਕਰ ਸਕਦਾ, ਕੋਈ ਵੀ ਬਿਜ਼ਨਸਮੈਨ ਇਹੋ ਜਿਹਾ ਨਹੀਂ ਹੋ ਸਕਦਾ। ਹੁਣ ਦੇਖੋ ਜਿੱਥੇ ਕਾਨੂੰਨ ਨੇ ਕਹਿ ਤਾ ਕਿ ਮਤਲਬ ਇਹਦੀ ਉਲੰਘਣਾ, ਮਤਲਬ ਕੋਈ ਵੀ ਬਿਜ਼ਨਸਮੈਨ ਬਿਨਾਂ ਕਾਨੂੰਨ ਦੀ ਇਜਾਜ਼ਤ ਤੋਂ ਕੋਈ ਵੀ ਬਿਜ਼ਨਸ ਨਹੀਂ ਕਰ ਸਕਦਾ, ਇਹੋ ਜਿਹੀ ਕੋਈ ਵੀ ਗੁੱਡਸ ਨਹੀਂ ਵੇਚ ਸਕਦਾ ਕਿ ਜਿਹਦੇ ਵਿੱਚ ਕਾਨੂੰਨ ਦੁਆਰਾ ਉੱਤੇ ਸਟ੍ਰਿਕਟਲੀ ਮਨਾ ਕੀਤਾ ਗਿਆ। ਕਾਨੂੰਨ ਦੀ ਉਲੰਘਣਾ ਕਰਨ ਵਾਲੇ ਨੂੰ ਸਖਤ ਤੋਂ ਸਖਤ ਕਾਰਵਾਈ ਹੋਏਗੀ। ਹੁਣ ਮੰਨ ਲਓ ਕੋਈ ਬਿਜ਼ਨਸ ਤੁਸੀਂ ਇਹੋ ਜਿਹਾ ਕਰਦੇ ਹੋ ਜਿਹਦੇ ਵਿੱਚ ਕਾਨੂੰਨ ਨੇ ਪੂਰਾ ਸਟ੍ਰਿਕਟਲੀ ਬੈਨ ਕਰ ਰੱਖਿਆ ਜਾਂ ਕਿ ਮਨਾ ਕਰ ਰੱਖਿਆ ਕਿ ਇਹ ਪ੍ਰੋਡਕਟ ਨਹੀਂ ਵੇਚ ਸਕਦੇ, ਤਾਂ ਉਹ ਲੀਗਲ ਇਨਵਾਇਰਮੈਂਟ ਦੇ ਪਾਰਟ 'ਚ ਆ ਜਾਂਦਾ, ਜੋ ਆਪਣਾ ਡਾਇਰੈਕਟਲੀ ਇਨਡਾਇਰੈਕਟਲੀ ਕੀ ਕਰ ਰਿਹਾ, ਆਪਾਂ ਨੂੰ ਇਫੈਕਟ ਕਰ ਰਿਹਾ। ਲੀਗਲ ਇਨਵਾਇਰਮੈਂਟ ਦੇ ਵਿੱਚ ਕਿਹੜੀ ਚੀਜ਼ਾਂ ਦੀ ਰੂਲ ਆ ਜਾਂਦੇ ਨੇ, ਵੇਰੀਅਸ ਲਾ ਐਂਡ ਲੈਜਿਸਲੇਟਿਵ ਐਕਟ ਆ ਜਾਂਦੇ ਹੈ, ਐਡਮਿਨਿਸਟ੍ਰੇਟਿਵ ਆਰਡਰ ਆ ਜਾਂਦੇ ਨੇ ਜੋ ਗੌਰਮੈਂਟ ਦੀ ਅਥੋਰਟੀ ਦੇ ਅਕੋਰਡਿੰਗ ਚੱਲਦੇ ਨੇ, ਜਾਂ ਕੋਰਟ ਜਜਮੈਂਟ, ਜੇ ਕੋਰਟ ਦੁਆਰਾ ਕੋਈ ਵੀ ਜਜਮੈਂਟ ਹੋ ਜਾਂਦੀ ਹੈ ਕਿ ਹਾਂ ਜਾਂ ਸੈਂਟਰ ਸਟੇਟ ਲੋਕਲ ਨੂੰ ਕਿ ਏਜੰਸੀਜ਼ ਨੂੰ ਕਿ ਆਹ ਪ੍ਰੋਡਕਟ ਨਹੀਂ ਵੇਚ ਸਕਦੇ, ਆਹ ਚੀਜ਼ਾਂ ਨਹੀਂ ਕਰ ਸਕਦੇ, ਤਾਂ ਉਹ ਸਾਰੀਆਂ ਆਪਾਂ ਨੂੰ ਉਹਨਾਂ ਦੇ ਰੂਲ ਐਂਡ ਰੈਗੂਲੇਸ਼ਨ ਮੰਨਣੇ ਪੈਂਦੇ ਨੇ। ਅੱਗੇ ਦੇਖੋ, ਟੂ ਵਰਕ ਸਕਸੈਸਫੁਲੀ ਇਨ ਇੰਡੀਆ ਦਾ ਬਿਜ਼ਨਸ ਐਂਟਰਪ੍ਰਾਈਜ਼ ਮਸਟ ਹੈਵ ਡਿਟੇਲ ਅਬਾਊਟ ਕੰਪਨੀ ਐਕਟ 1956, ਇੰਡਸਟਰੀਅਲ ਐਕਟ 1951, ਫੇਮਾ ਇਹ ਸਾਰੇ ਜਿੰਨੇ ਐਕਟ ਬਣੇ ਹੋਏ ਨੇ, ਦੇਖੋ ਇਹ ਐਕਟ ਬਣੇ ਹੋਏ ਨੇ, ਐਕਟ ਦੇ ਵਿੱਚ ਸਾਰੀਆਂ ਗੱਲਾਂ ਲਿਖੀਆਂ ਹੋਈਆਂ ਨੇ ਕਿ ਤੁਸੀਂ ਬਿਜ਼ਨਸ ਨੂੰ ਇਸ ਤਰੀਕੇ ਨਾਲ ਕਰਨਾ ਹੈ, ਇਸ ਦੇ ਰੂਲ ਐਂਡ ਰੈਗੂਲੇਸ਼ਨ ਇਹ ਨੇਗੇ, ਇਹਦੇ ਵਿੱਚ ਲੇਬਰਾਂ ਨੂੰ ਇੰਨੇ ਪੈਸੇ ਦੇਣੇ ਨੇ, ਇਹ ਬਿਜ਼ਨਸ ਦੇ ਵਿੱਚ ਇੰਨੇ ਬੰਦੇ ਤੁਸੀਂ ਲਗਾ ਸਕਦੇ ਹੋ, ਇੰਨੇ ਨਹੀਂ ਲਗਾ ਸਕਦੇ, ਉਹਨਾਂ ਦੇ ਸਾਰੇ ਰੂਲ ਐਂਡ ਰੈਗੂਲੇਸ਼ਨ ਇਹਨਾਂ ਐਕਟਾਂ ਦੇ ਵਿੱਚ ਮੈਂਸ਼ਨ ਕੀਤੇ ਗਏ ਨੇ। ਉਸ ਐਕਟ ਦੇ ਅਕੋਰਡਿੰਗ ਹੀ ਤੁਹਾਨੂੰ ਚੱਲਣਾ ਪਏਗਾ। ਅਗਰ ਤੁਸੀਂ ਉਸ ਐਕਟ ਦੀ ਉਲੰਘਣਾ ਕਰਦੇ ਹੋ ਤਾਂ ਤੁਹਾਨੂੰ ਕਾਨੂੰਨ ਦੁਆਰਾ ਸਖਤ ਤੋਂ ਸਖਤ ਕਾਰਵਾਈ ਹੋ ਸਕਦੀ ਹੈ। ਤਾਂ ਜੇਕਰ ਐਕਟ ਦੀ ਉਲੰਘਣਾ ਕੀਤੀ ਤਾਂ ਤੁਸੀਂ ਕਾਨੂੰਨ ਦੀ ਉਲੰਘਣਾ ਕੀਤੀ ਹੈ, ਠੀਕ ਹੈ। ਅੱਗੇ ਆਉਂਦਾ ਲੀਗਲ ਪੋਲਿਸੀ ਰਿਲੇਟਡ ਟੂ ਲਾਇਸੈਂਸ ਅਤੇ ਐਂਡ ਫੋਰਨ ਟਰੇਡ। ਕਹਿੰਦੇ ਕੋਈ ਵੀ ਲੀਗਲ ਪੋਲਿਸੀ ਦੇ ਅਕੋਰਡਿੰਗ ਤੁਹਾਨੂੰ ਲਾਇਸੈਂਸ ਲੈਣਾ ਪਏਗਾ। ਸਟੈਚੂਰੀ ਵਾਰਨਿੰਗ ਦਿੱਤੀ ਜਾਂਦੀ ਹੈ ਪ੍ਰਿੰਟਰ ਦੇ ਲੇਬਲ ਵਾਸਤੇ,
ठीक है। फॉरेन एक्सचेंज रेगूलेशन मैनेजमेंट एक्ट के अकॉर्डिंग थोनों भी कोई भी बिजनेस करना इस दे अकॉर्डिंग करना पेगा। ठीक है। कोई भी एडवरटाइजमेंट तुसी जो की है, कोई गलत एडवरटाइजमेंट नहीं कर सकते तो अपने प्रोडक्ट में बेचने वास्ते, तो भी कानून द्वारा उल्लंघन है, तो इस चीज़ के विच भी थोड़ा ध्यान रखना पेगा। समझ आ गई स्टूडेंट्स? अगे देखो तुसी टैक्नोलॉजिकल इन्वायरमेंट। टैक्नोलॉजिकल इन्वायरमेंट के विच देखो टैक्नोलॉजी नाल रिलेटेड technological environment includes the forces related to scientific improvement and innovation which provide new ways of producing goods and services and new way of operating business। technological system ਦੇ ਅਕੋਰਡਿੰਗ ਦੇਖੋ ਬੇਟਾ ਇਹਦੇ ਵਿੱਚ ਇਹ ਸਿਸਟਮ ਹੈ, ਕੋਈ ਫੋਰਸਿਸ ਜਾਂ ਸਾਇੰਟੀਫਿਕ ਇੰਪਰੂਵਮੈਂਟ ਹੈ, ਉਹ ਆਪਣੇ ਬਿਜ਼ਨਸ ਨੂੰ ਜੇ ਨਵੀਂ ਚੀਜ਼ਾਂ ਆਉਂਦੀਆਂ ਨੇ ਜਾਂ ਨਵੇਂ ਪ੍ਰੋਡਿਊਸ ਹੁੰਦੇ ਨੇ ਪ੍ਰੋਡਕਟ, ਆਪਾਂ ਨੂੰ ਡਾਇਰੈਕਟਲੀ ਇਨਡਾਇਰੈਕਟਲੀ ਤੌਰ 'ਤੇ ਇਫੈਕਟ ਕਰਦੇ ਨੇਗੇ। ਜਿਵੇਂ ਐਗਜ਼ਾਮਪਲ ਨਾਲ ਦੇਖੋ ਕੰਪਨੀ ਹੈਵ ਸਟਾਰਟਡ ਨਿਊ using new way of advertisement such as CD-ROMs, computerized information, internet due to technology advancement computers are electronics। ਹੁਣ ਤੁਹਾਨੂੰ ਪਤਾ ਹੈ ਜਿਹੜੇ ਕੰਪਿਊਟਰਸ ਨੇਗੇ ਉਹ ਬਾਰ ਟੈਕਨੋਲੋਜੀ ਚੇਂਜ ਹੁੰਦੀ ਰਹਿੰਦੀ ਹੈ, ਜਿਹਦੇ ਵਿੱਚ ਨਵੇਂ ਪ੍ਰੋਡਕਟ ਆਉਂਦੇ ਰਹਿੰਦੇ ਨੇਗੇ, ਜਿਹਦੇ ਨਾਲ ਆਪਾਂ ਨੂੰ ਵੀ ਨਵੇਂ ਪ੍ਰੋਡਕਟ ਨੂੰ ਹੀ ਹਿਸਾਬ ਨਾਲ ਅਪਣਾਉਣਾ ਪੈਂਦਾ ਹੈ। ਔਨਲਾਈਨ ਸੇਲ ਕਰਨੀ, ਠੀਕ ਹੈ, ਔਨਲਾਈਨ ਬੁਕਿੰਗ, ਏਅਰ ਟਿਕਟ, ਮੂਵੀ ਟਿਕਟ, ਇਹ ਸਾਰੀ ਚੀਜ਼ਾਂ ਟੈਕਨੋਲੋਜੀ ਨਾਲ ਰਿਲੇਟਡ ਆ ਜਾਂਦੀਆਂ। ठीक है। ड्यू टू टैक्नोलॉजी एडवांसमेंट फेयर प्राइस एयरलाइनस होटल्स, ठीक है, ये भी टैक्नोलॉजी का पार्ट आ जाता है। नई इनोवेशन साइंटिफिक रिबोटिक बायोटैक्नोलॉजिकल ये सारी चीज़ां आ जांदियां। वैक्यूम ट्यूब्स, ट्रांजिस्टर, टाइपराइटर, कार्बन पेपर इनोवेशनस, ये सारियां जिहड़ी ऑनलाइन बुकिंग है, इंपोर्ट एक्सपोर्ट टैक्नोलॉजी, ये सारी जिन्नियां भी गल्लां कर रहे हैं ये सब टैक्नोलॉजी इन्वायरमेंट का पार्ट है। स्टूडेंट तुहानूं 5 पॉइंटां 'च ये पता होना चाहिए कि डिफरेंस, हाँ भी ये सोशल इन्वायरमेंट नूं दस रही है केस स्टडी, ये आपां नूं इकनोमिकल इन्वायरमेंट दस रही है ਜਾਂ पॉलिटिकल दस रही है ਜਾਂ लीगल दस रही है ਜਾਂ टैक्नोलॉजिकल दस रही है, ये सारे तो ਤੁਹਾਨੂੰ पहचान होनी चाहिए है, ਤਾਂ ਹੀ ਤੁਸੀਂ केस स्टडी ਨੂੰ सॉल्व कर पाओगे। स्टूडेंट्स आ तुहाडी जिहड़ा टॉपिक है तुहाडे सामने देख रहे हो, ये टॉपिक तुहाडी बुक च नहीं दिता हुआ है, ये तुहाडे टॉपिक पढ़ना जरूर है, मस्ट कंपलसरी है टॉपिक, चाहे इसका स्क्रीनशॉट ले लो चाहे कुछ ले लो, पर यह टॉपिक पढ़ना बहुत जरूरी है। ठीक है। कंपोनेंट्स ऑफ बिजनेस इन्वायरमेंट ये दो टाइप का होंगे, एक तो इंटरनल इन्वायरमेंट होंगे, एक होंगे एक्सटर्नल इन्वायरमेंट। जो इंटरनल इन्वायरमेंट होंगे वो ऑब्जेक्टिव पॉलिसी ये सारी चीज़ां ये अंदर आ जांदियां ने। जोड़ा एक्सटर्नल इन्वायरमेंट होंगे वो माइक्रो होंगे, एक मैक्रो होंगे। माइक्रो के आह सारे आ जाते हैं, मैक्रो के आ जाते, आ सारी चीज़ां आप पढ़ चुके होनी। ठीक है। आपने मैक्रो सारा पढ़िया इकनोमिक इन्वायरमेंट सोशल, पर आपने ये पढ़ना माइक्रो जिहदे कस्टमर सप्लायर कंपीटीटर सारी चीज़ां ये अंदर पढ़निया ने, तो नाल आपने आ पढ़ना इंटरनल इन्वायरमेंट, ये मोस्ट इंपोर्टेंट है, इसलिए इन्हों तुसीं ये ना सोचो कि नहीं करना, इसलिए करना। ठीक है। सारे स्क्रीनशॉट ले लो। अगे देखो स्टूडेंट्स इंटरनल इन्वायरमेंट करवा रहा मैं तुहानूं, थोड़ी स्क्रीन के उत्ते इंटरनल इन्वायरमेंट है, चाहे तुसीं इहदा स्क्रीनशॉट ले लो। एक बार इंटरनल करांगे फिर एक्सटर्नल करांगे। इंटरनल इन्वायरमेंट की हुंदा है, इहदे इंक्लूड आल दोज फैक्टर विच इन्फ्लुएंस बिजनेस विच आर प्रेजेंट विद इन द बिजनेस इटसेल्फ। दीज फैक्टर आर यूजली अंडर द कंट्रोल ऑफ द बिजनेस। आ याद रखियो, अंडर द कंट्रोल ऑफ द बिजनेस। ठीक है। द स्टडी ऑफ इंटरनल इन्वायरमेंट इज़ रियली इंपॉर्टेंट फॉर द स्टडी ऑफ इंटरनल इन्वायरमेंट। ये सारे ऑब्जेक्टिव पॉलिसी में ये सारे जिन्ने भी लिखा हुआ है ये सारे इंटरनल इन्वायरमेंट सिंपल है, जोड़े विद इन बिजनेस चलते हैं, बिजनेस के दौरान बिजनेस के अंदर चलते हैं, जी एक्टिविटीज़ होंदियां ने वो इंटरनल इन्वायरमेंट का पार्ट होंदियां ने। ये जोड़ा कंट्रोल होंदा बिजनेस का ही होंदा, जिमें बिजनेस उद्देश्य की ने कि प्रोडक्शन की करना है, मैनेजमेंट इन्फॉर्मेशन सिस्टम किस तरह, बोर्ड ऑफ डायरैक्टर किमें रखना है, स्ट्रक्चर किस तरीके नाल तैयार करना है, मैनेजमेंट की पार्टिसिपेशन की होएगी, पॉलिसी किमें बनानी है, प्रोडक्शन मैथड की यूज़ करना है, सारिया चीज़ां इंटरनली तरीके नाल होणगियां। इहदे विच बाहरले फैक्टरां दा कोई भी लेना देना नहीं होंदा।
ਆ ਸਮਝ ਆ ਗਿਆ। ਐਕਸਟਰਨਲ ਇਨਵਾਇਰਮੈਂਟ ਇਹਦਾ ਉਲਟਾ ਹੁੰਦਾ, ਜਿਹਦੇ ਵਿੱਚ ਆਊਟਸਾਈਡ ਦੇ 'ਤੇ ਜ਼ੋਰ ਦਿੱਤਾ ਜਾਂਦਾ, ਜਿਹਦਾ ਬਿਜ਼ਨਸ ਦਾ ਉਸ 'ਤੇ ਕੰਟਰੋਲ ਨਹੀਂ ਹੁੰਦਾ। ਆਊਟਸਾਈਡਰ ਹੁੰਦੇ ਨੇ ਜੋ ਆਪਾਂ ਨੂੰ ਬਿਜ਼ਨਸ ਨੂੰ ਡਾਇਰੈਕਟਲੀ ਇਨਡਾਇਰੈਕਟਲੀ ਕੀ ਕਰਦੇ ਨੇਗੇ, ਇਫੈਕਟ ਕਰਦੇ ਨੇ। ਹੁਣ ਮੈਂ ਤੁਹਾਨੂੰ ਦੱਸਿਆ ਸੀ ਐਕਸਟਰਨਲ ਇਨਵਾਇਰਮੈਂਟ 2 ਟਾਈਪ ਦਾ ਹੁੰਦਾ। ਦੇਖੋ ਐਕਸਟਰਨਲ ਇਨਵਾਇਰਮੈਂਟ 2 ਟਾਈਪ ਦਾ ਹੁੰਦਾ। ਇੱਕ ਤਾਂ ਹੁੰਦਾ ਮਾਈਕਰੋ ਇਨਵਾਇਰਮੈਂਟ ਵੀ ਬੋਲ ਸਕਦੇ, ਚਾਹੇ ਇਹਨੂੰ ਓਪਰੇਟਿੰਗ ਇਨਵਾਇਰਮੈਂਟ ਵੀ ਬੋਲ ਸਕਦੇ ਆ। ਯਾਦ ਰੱਖਣਾ, ਕਈ ਵਾਰ ਪੇਪਰ ਦੇ ਵਿੱਚ ਘੁਮਾ ਕੇ ਗੱਲ ਪੁੱਛੀ ਜਾ ਸਕਦੀ ਹੈ, ਤਾਂ ਤੁਸੀਂ ਇਹਦੇ ਵਿੱਚ ਕਨਫਿਊਜ਼ ਨਹੀਂ ਹੋਣਾ। ਹੁਣ ਮਾਈਕਰੋ ਇਨਵਾਇਰਮੈਂਟ ਕੀ ਹੁੰਦਾ ਸਟੂਡੈਂਟਸ? And the micro environment means that environment which include those factors with which business is closely related. These factors influence every industrial unit differently. These factors are under customer, supplier, competitor, public and marketing intermediaries. ਹੁਣ ਜਿਹੜੇ ਕਸਟਮਰਸ ਹੁੰਦੇ ਨੇਗੇ, customer of an industrial unit can be of different types. They include household, government, industry, commercial enterprises. The number of different type of customer highly influence a firm. For example, suppose a firm supply goods only to the government. It means that firm has one customer. If because of some reason these relation get sourced. ਹੁਣ ਦੇਖੋ ਕਸਟਮਰ ਹੁੰਦਾ ਕੀ ਹੈ, ਕਸਟਮਰ ਦੇ ਵੀ ਬਹੁਤ ਸਾਰੇ ਟਾਈਪ ਹੁੰਦੇ ਨੇਗੇ। ਇਹਦੇ ਵਿੱਚ ਹਾਊਸ ਹੋਲਡ ਕਸਟਮਰ ਵੀ ਹੋ ਸਕਦਾ, ਗੌਰਮੈਂਟ ਹੋ ਸਕਦਾ, ਇੰਡਸਟਰੀਅਲ ਹੋ ਸਕਦਾ, ਕਮਰਸ਼ੀਅਲ ਹੋ ਸਕਦੇ ਨੇ, ਹਰ ਟਾਈਪ ਦੇ ਕਸਟਮਰ ਹੋ ਸਕਦੇ ਨੇਗੇ। ਜੇ ਆਪਾਂ ਕਿਸੇ ਬੰਦੇ ਨੂੰ ਲਗਾ ਲਓ ਕਿ ਗੁੱਡਸ ਸਪਲਾਈ ਕਰ ਰਹੇ ਹਾਂ, ਰੈਗੂਲਰਲੀ ਸਪਲਾਈ ਕਰ ਰਹੇ ਹਾਂ, ਠੀਕ ਹੈ, ਚਾਹੇ ਉਹ ਆਪਣੀ ਸ਼ੌਪ 'ਤੇ ਆ ਕੇ ਚੀਜ਼ ਲੈ ਰਿਹਾ, ਇਸ ਟਾਈਪ ਦੇ ਸਾਰੇ ਡਾਇਰੈਕਟਲੀ ਉਹਨਾਂ ਦੇ ਘਰ ਆਪਾਂ ਪਹੁੰਚਾ ਰਹੇ ਹਾਂ, ਸਾਰੇ ਕਿਸੇ ਵੀ ਟਾਈਪ ਦਾ ਕਸਟਮਰ ਹੋ ਸਕਦਾ। ਸਪਲਾਇਰ ਜ਼ੋਨਸ ਉਹ ਹੁੰਦਾ ਜਿਹੜਾ ਆਪਣੇ ਕੋਲ ਸਮਾਨ ਪਹੁੰਚਾਉਂਦਾ। ਮਤਲਬ ਆਪਣੇ ਬਿਜ਼ਨਸ ਦੇ ਵਿੱਚ ਕੋਈ ਵੀ ਸਮਾਨ ਦੀ ਕਮੀ ਹੈ ਤਾਂ ਸਪਲਾਇਰ ਆਪਾਂ ਨੂੰ ਟਾਈਮ ਟੂ ਟਾਈਮ ਪ੍ਰੋਵਾਈਡ ਕਰਾਉਂਦਾ, ਤਾਂ ਜੋ ਆਪਣੇ ਬਿਜ਼ਨਸ ਦੇ ਵਿੱਚ ਕੋਈ ਵੀ ਪ੍ਰੋਬਲਮ ਨਾ ਆਵੇ ਜਾਂ ਕੋਈ ਵੀ ਸਮਾਨ ਦੀ ਕੋਈ ਵੀ ਪ੍ਰੋਬਲਮ ਨਾ ਆਵੇ। ਕੰਪੀਟੀਟਰ ਕਿਹੜੇ ਹੁੰਦੇ ਨੇ? ਐਂਡ ਦਾ ਕੰਪੀਟੀਸ਼ਨ ਫਰਮਸ ਕੈਨ ਇਨਫਲੂਐਂਸ ਬਿਜ਼ਨਸ in a way of number of ways. They can do so by bringing new and cheap product in the market, by launching some sale promotion scheme or other similar method. ਕਿਵੇਂ ਕੰਪੀਟੀਟਰ ਤੁਹਾਨੂੰ ਪਤਾ ਹੀ ਨਾਮ ਤੋਂ ਵੀ ਕਲੀਅਰ ਹੈ। ਕੰਪੀਟੀਟਰ ਕਿਹੜੇ ਹੁੰਦੇ ਨੇਗੇ? ਜਿਹੜੇ ਆਪਣੇ ਨਾਲ ਆਪਣੀ ਵਰਗੀ ਦੂਸਰੀ ਫਰਮ ਹੈ, ਉਹ ਆਪਣਾ ਕੀ ਹੋਏਗਾ? ਕੰਪੀਟੀਟਰ ਹੋਏਗਾ। ਆਪਣੇ ਵਰਗੀ ਦੂਸਰੀ ਫਰਮ ਹੈ, ਉਹ ਆਪਣਾ ਕੀ ਹੋਏਗਾ? ਕੰਪੀਟੀਟਰ ਹੋਏਗਾ। ਠੀਕ ਹੈ ਸਟੂਡੈਂਟਸ, ਆਪਣੀ ਵਰਗੀ ਦੂਸਰੀ, ਹੁਣ ਆਪਾਂ ਏ ਕੰਪਨੀ ਆ ਅਤੇ ਆਪਣੀ ਦੂਸਰੀ ਨਾਲ ਦੀ ਬੀ ਕੰਪਨੀ ਆ, ਉਹ ਆਪਣਾ ਕੀ ਹੋਏਗਾ? ਕੰਪੀਟੀਟਰ ਹੋਏਗਾ। ਪਬਲਿਕ ਕੌਣ ਹੋਏਗੀ? ਪਬਲਿਕ ਦੇ ਵਿੱਚ ਕੀ ਆਉਂਦਾ? ਡਿਫਰੈਂਟ ਟਾਈਪ, ਜਿਵੇਂ ਲਾਈਕ ਲੋਕਲ ਪਬਲਿਕ ਹੋ ਗਈ, ਪ੍ਰੈਸ ਹੋ ਗਈ, ਮੀਡੀਆ ਹੋ ਗਈ, ਇਹ ਸਾਰੀ ਪਬਲਿਕ ਦੇ ਵਿੱਚ ਆ ਜਾਂਦਾ। ਠੀਕ ਹੈ, ਇਹਨਾਂ ਨੂੰ ਆਪਾਂ ਕੋਈ ਵੀ ਪ੍ਰੋਡਕਟ ਵੇਚਦੇ ਆ, ਖਰੀਦਦੇ ਹਾਂ, ਜੋ ਆਪਣੇ ਫੇਵਰ ਦੇ ਵਿੱਚ ਹੁੰਦੇ ਆ, ਕੁਛ ਆਪਣੇ ਇਨ ਫੇਵਰ 'ਚ ਹੁੰਦੇ ਨੇ, ਤਾਂ ਇਹ ਸਾਰੀਆਂ ਚੀਜ਼ਾਂ ਆਪਣੇ ਪ੍ਰੋਡਕਟ ਯੂਜ਼ ਕਰਦੇ ਨੇ, ਜੋ ਆਪਣੇ ਜਿਹੜੇ ਇਨਵਾਇਰਮੈਂਟ ਨੂੰ ਡਾਇਰੈਕਟ ਇਨਡਾਇਰੈਕਟ ਇਫੈਕਟ ਕਰਦੇ ਨੇ। ਮਾਰਕੀਟਿੰਗ ਇੰਟਰਮੀਡੀਏਟਰਸ ਕੌਣ ਹੁੰਦੇ ਨੇ? ਮਾਰਕੀਟਿੰਗ ਇੰਟਰਮੀਡੀਏਟਰਸ ਪਲੇ ਸਫੀਸ਼ੀਐਂਟ ਰੋਲ ਇਨ ਡਿਵੈਲਪਿੰਗ ਐਨੀ ਬਿਜ਼ਨਸ ਯੂਨਿਟ। They are those person who reduce the distance between the producer and agents. For example, a company sell its goods with the help of agent, and if because of some reason all agent get annoyed with the company and refuse to sell these goods, they can be crisis of the company. ਮਾਰਕੀਟਿੰਗ ਇੰਟਰਮੀਡੀਏਟਸ ਮਤਲਬ ਜਿਹੜੇ ਉਹ ਹੁੰਦੇ ਨੇ ਜੋ ਆਪਣੇ ਪ੍ਰੋਡਕਟ ਨੂੰ ਵੇਚਣ ਦੇ ਵਿੱਚ ਹੈਲਪ ਕਰਦੇ ਨੇਗੇ, ਪਬਲਿਕ ਤੱਕ ਪਹੁੰਚਾਉਂਦੇ ਨੇਗੇ, ਉਹਦੇ ਬਦਲੇ ਕਮਿਸ਼ਨ ਵੀ ਚਾਰਜ ਕਰਦੇ ਨੇਗੇ। ਠੀਕ ਹੈ। ਮੈਕਰੋ ਇਕਨੋਮੀ ਇਨਵਾਇਰਮੈਂਟ ਅਤੇ ਜਨਰਲ ਇਨਵਾਇਰਮੈਂਟ ਕੀ ਹੁੰਦਾ? Macro environment means that environment which includes those factors which have a distance relation with the business. A prominent feature of these environment in that they influence all the business unit almost in same way. ਮਤਲਬ ਜਿਹੜਾ ਮੈਕਰੋ ਹੁੰਦਾ, ਮੈਕਰੋ ਆਪਾਂ ਹੁਣੀ ਪੜ੍ਹਿਆ ਕਿ ਜਿਹਦੇ ਵਿੱਚ ਇਕਨੋਮਿਕ, ਸੋਸ਼ਲ, ਟੈਕਨੋਲੋਜੀਕਲ ਅਤੇ ਪੋਲੀਟੀਕਲ ਅਤੇ ਲੀਗਲ ਇਨਵਾਇਰਮੈਂਟ ਸਾਰਾ ਇਹਦੇ ਅੰਦਰ ਆ ਜਾਂਦਾ। ਸਟੂਡੈਂਟਸ ਕਲੀਅਰ ਹੋ ਗਿਆ ਸਾਰਿਆਂ ਨੂੰ?